हाँ जी, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਆਲੋਚਨਾ ਦੇ ਸਵਾਲਾਂ 'ਤੇ ਡਿਸਕਸ ਕਰਾਂਗੇ। ਇਹ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਬਣਾ ਚੁੱਕੇ ਹਾਂ ਆਲੋਚਨਾ 'ਤੇ। ਇਹ ਸਾਡੀ ਅੱਜ ਆਖਰੀ ਵੀਡੀਓ ਹੋਊਗੀ ਆਲੋਚਨਾ ਦੇ ਉੱਤੇ। ਇਹ ਤੋਂ ਬਾਅਦ ਅਸੀਂ ਭਾਸ਼ਾ ਦੇ ਜਿਹੜੇ ਸਵਾਲ ਨੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਹਾਂਜੀ ਹਾਂ, ਜੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਹੈ ਨਾ, ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ। ਕੋਈ ਵੀ ਤੁਹਾਨੂੰ ਹੈਲਪ ਦੀ ਲੋੜ ਹੋਵੇ ਹੈ ਨਾ, ਤਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹੈਲਪ ਕੀਤੀ ਜਾਵੇ। ਹਾਂਜੀ, ਪਹਿਲਾ ਸਵਾਲ ਅਸੀਂ ਵੇਖਦੇ ਹਾਂ। ਅਰਸਤੂਵਾਦੀ ਆਲੋਚਨਾ ਦਾ ਕਿਹੜਾ ਸੰਕਲਪਾਤਮਕ ਸੰਦਰਭ ਸਮਕਾਲੀ ਆਲੋਚਨਾ ਪ੍ਰਣਾਲੀਆਂ ਵਿੱਚ ਪ੍ਰਚਲਿਤ ਹੈ? ਕਾਵਿ ਦਾ ਉਦਾਤ ਪ੍ਰਕਾਰਜ, ਸਮਾਜ ਸ਼ਾਸਤਰੀ ਚੇਤਨਾ, ਦੁਖਾਂਤ ਸਿਧਾਂਤ, ਅਨੁਕਰਨ ਮੁਲਕਤਾ। ਇਹਦਾ ਜਿਹੜਾ ਸਹੀ ਉੱਤਰ ਆ ਉਹ ਅਨੁਕਰਨ ਮੁਲਕਤਾ। ਤੁਸੀਂ ਸਾਰੇ ਜਾਣਦੇ ਹੋ ਕਿ ਅਨੁਕਰਨ ਦੇ ਉੱਤੇ ਯੂਨਾਨੀ ਕਾਵਿ ਜਿਹੜੇ ਸਾਡੇ ਸ਼ਾਸਤਰ ਨੇ ਉਹਨੇ ਗੱਲ ਕੀਤੀ ਆ। ਸਭ ਤੋਂ ਪਹਿਲਾਂ ਪਲੈਟੋ ਨੇ ਗੱਲ ਕੀਤੀ ਅਨੁਕਰਨ ਦੇ ਬਾਰੇ, ਅਤੇ ਇਹਨੂੰ ਤੀਜੇ ਦਰਜੇ ਦੀ ਨਕਲ ਮੰਨਿਆ ਪਲੈਟੋ ਨੇ ਕਿ ਜਿਹੜਾ ਕਾਵਿ ਆ ਜਾਂ ਸਾਹਿਤ ਆ ਇਹ 3 ਗੁਣਾ ਦੂਰ ਹੁੰਦਾ ਸੱਚ ਤੋਂ। ਕਿ ਇੱਕ ਤਾਂ ਸਾਡਾ ਦਿਸਦਾ ਸੰਸਾਰ ਹੁੰਦਾ, ਅਣਦਿਸਦਾ ਸੰਸਾਰ ਜਿਹਨੂੰ ਅਸੀਂ ਵੇਖ ਨਹੀਂ ਸਕਦੇ, ਅਤੇ ਦੂਜਾ ਸਾਡਾ ਦਿਸਦਾ ਸੰਸਾਰ ਹੁੰਦਾ, ਅਤੇ ਤੀਜੇ ਨੰਬਰ 'ਤੇ ਉਹ ਸੰਸਾਰ ਆ ਹੈ ਨਾ ਜੋ ਨਕਲ ਦੇ ਰਾਹੀਂ ਪੇਸ਼ ਹੁੰਦਾ ਕਾਵਿ ਦੇ ਵਿੱਚ। ਤਾਂ ਜਿਹੜਾ ਪਲੈਟੋ ਆ ਉਹ ਤੀਜੇ ਦਰਜੇ ਦੀ ਨਕਲ ਕਹਿੰਦਾ, ਜਾਂ ਤੀਜੇ ਦਰਜੇ ਦੀ ਨਹੀਂ ਕਹਿ ਸਕਦੇ, ਜਾਂ ਕਹਿ ਸਕਦੇ ਹਾਂ ਕਿ ਇਹ 3 ਗੁਣਾ ਦੂਰ ਆ ਸੱਚ ਤੋਂ। ਕਿ ਇੱਕ ਤਾਂ ਸਾਡੇ ਕੋਲ ਦਿਸਦਾ ਸੰਸਾਰ ਹੋ ਗਿਆ, ਇੱਕ ਸਾਡੇ ਕੋਲ ਪਹਿਲੇ ਨੰਬਰ 'ਤੇ ਆ ਗਿਆ ਅਣਦਿਸਦਾ ਸੰਸਾਰ, ਦੂਜੇ ਨੰਬਰ 'ਤੇ ਦਿਸਦਾ ਸੰਸਾਰ, ਅਤੇ ਜਿਹੜਾ ਕਾਵਿ ਉਹ ਦਿਸਦੇ ਸੰਸਾਰ ਦੀ ਨਕਲ ਕਰਦਾ, ਮਤਲਬ ਤੀਜੇ ਨੰਬਰ 'ਤੇ ਆ ਗਿਆ। ਅਤੇ ਪਲੈਟੋ ਕਹਿੰਦਾ ਇਹ ਕਾਵਿ 3 ਗੁਣਾ ਦੂਰ ਆ ਸੱਚ ਤੋਂ। ਪਰ ਜਿਹੜਾ ਸਾਡੇ ਕੋਲ ਅਰਸਤੂ ਆ ਉਹ ਪਲੈਟੋ ਦੇ ਬਿਲਕੁਲ ਉਲਟ ਜਾਂਦਾ। ਠੀਕ ਹੈ, ਭਾਵੇਂ ਕਿ ਪਲੈਟੋ ਦਾ ਸ਼ਾਗਿਰਦ ਸੀ ਅਰਸਤੂ, ਉਹ ਪਲੈਟੋ ਦੇ ਨਾਲ ਸਹਿਮਤੀ ਨਹੀਂ ਪ੍ਰਗਟਾਉਂਦਾ ਅਨੁਕਰਨ ਸਿਧਾਂਤ ਬਾਰੇ ਕਿ ਅਨੁਕਰਨ ਕਰਨਾ ਕੋਈ ਨੁਕਸ ਨਹੀਂ ਹੈਗਾ। ਠੀਕ ਹੈ ਜੀ, ਇਹ ਬੰਦੇ ਦੀ ਬਿਰਤੀ ਆ, ਸੁਭਾਵਿਕ ਆ। ਠੀਕ ਹੈ, ਨਕਲ ਕਰਕੇ ਹੀ ਮਨੁੱਖ ਸਿੱਖਦਾ, ਅਤੇ ਇਹ ਰੁਚੀ ਆ, ਅਤੇ ਉਹਨੂੰ ਚੰਗਾ ਲੱਗਦਾ ਹੈ ਨਾ, ਸਾਰਾ ਕੁਛ ਨਕਲ ਦੇ ਰਾਹੀਂ ਹੁੰਦਾ। ਚਲੋ ਇਹਦੇ ਬਾਰੇ ਆਪਾਂ ਇੰਨੀ ਵਾਲੀ ਵਿਚਾਰ ਚਰਚਾ ਨਹੀਂ ਕਰਾਂਗੇ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਉੱਤਰ ਆ ਉਹ ਅਨੁਕਰਨ ਮੁਲਕਤ ਆਊਗਾ। ਉਦਾਤ ਦਾ ਜਿਹੜਾ ਕਨਸੈਪਟ ਆ ਉਹ ਲੋਜਾਈਨਸ ਦਾ, ਅਤੇ ਦੁਖਾਂਤ ਦਾ ਸਿਧਾਂਤ ਵੀ ਅਰਸਤੂ ਦਾ ਹੈ। ਪਰ ਜਿਹੜੀ ਸਮਕਾਲੀ ਆਲੋਚਨਾ ਪ੍ਰਣਾਲੀਆਂ ਦੇ ਵਿੱਚ ਕਿਹੜਾ ਸਿਧਾਂਤ ਪ੍ਰਚਲਿਤ ਆ ਹੈ ਨਾ, ਕਿਹੜਾ ਸੰਕਲਪ ਪ੍ਰਚਲਿਤ ਆ, ਉਹ ਹੈ ਅਨੁਕਰਨ ਮੁਲਕਤਾ। ਉਹ ਪੱਛਮੀ ਆਲੋਚਨਾ ਪ੍ਰਣਾਲੀਆਂ ਦੇ ਵਿੱਚ ਭਾਵੇਂ ਕਿ ਅਨੁਕਰਨ ਮੁਲਕਤਾ ਦੇ ਜਿਹੜੇ ਰੂਪ ਨੇ ਉਹ ਬਦਲ ਗਏ ਨਾ, ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੇ ਨਕਲ ਨੂੰ ਜਾਂ ਕਾਵਿ ਸਾਹਿਤਕਾਰ ਕਿੱਦਾਂ ਰਚਦਾ ਹੈ ਨਾ ਉਹਦੀ ਗੱਲ ਕੀਤੀ ਹੈ, ਭਾਵੇਂ ਕਿ ਅਜਨਬੀਕਰਨ ਦੀ ਯੁਕਤ ਵੀ ਅਸੀਂ ਕਹਿ ਸਕਦੇ ਹਾਂ ਨਾ। ਚਲੋ ਜੀ, ਉਸ ਤੋਂ ਬਾਅਦ ਅਗਲਾ ਸਵਾਲ ਆ ਸੰਰਚਨਾਵਾਦੀ ਸਾਹਿਤ ਸਿਧਾਂਤ ਦੀ ਮੁੱਖ ਸੀਮਾ ਹੈ। 4 ਆਪਸ਼ਨਾਂ ਨੇ। ਭਾਸ਼ਾ ਅਤੇ ਸਾਹਿਤਕ ਪਾਠਾਂ ਦੀ ਸੰਰਚਨਾਤਮਕ ਅਨੁਕੂਲਤਾ, ਕਾਵਿ ਭਾਸ਼ਾ ਦੀ ਸੰਰਚਨਾਕਾਰੀ ਦੀ ਪਛਾਣ। ਇਹਨਾਂ ਨੇ ਮੁੱਖ ਸੀਮਾ ਪੁੱਛੀ ਆ। ਠੀਕ ਹੈ, ਧਿਆਨ ਦੇ ਵਿੱਚ ਰੱਖਿਆ ਕਰੋ ਜਦੋਂ ਵੀ ਤੁਸੀਂ ਸਵਾਲ ਪੜ੍ਹਦੇ ਹੋ, ਅਤੇ ਤੁਹਾਨੂੰ ਪਤਾ ਲੱਗ ਜੇ ਕਿ ਸਾਨੂੰ ਪੁੱਛਿਆ ਕੀ ਗਿਆ, ਉਹ ਤੋਂ ਬਾਅਦ ਫਿਰ ਉੱਤਰ ਦਿਆ ਕਰੋ। ਫਿਰ ਉਹ ਤੋਂ ਬਾਅਦ ਉੱਤਰ ਕਿਵੇਂ ਦੇਣਾ ਸੀ ਉਹ ਚੀਜ਼ਾਂ ਕੱਟਣੀਆਂ ਨੇ ਜਿਹੜੀਆਂ ਨਹੀਂ ਹੈਗੀਆਂ, ਡਾਇਰੈਕਟ ਕਦੇ ਵੀ ਉੱਤਰ ਨਹੀਂ ਲੱਭਣਾ। ਸੰਰਚਨਾਵਾਦੀ ਸਾਹਿਤ ਸਿਧਾਂਤ ਦੀ ਮੁੱਖ ਸੀਮਾ ਹੈ। ਕਿਹੜੀ ਮੁੱਖ ਸੀਮਾ ਇਹਦੀ, ਜਿਹ ਤੋਂ ਮਤਲਬ ਪਾਰ ਨਹੀਂ ਜਾਂਦੀ। ਅਸੀਂ ਕਹਿ ਸਕਦੇ ਹਾਂ ਕਿ ਇਹ ਤੋਂ ਬੰਦਾ ਪਾਰ ਨਹੀਂ ਜਾ ਸਕਦਾ, ਇਹਦੀ ਆਹੀ ਇੱਕ ਸੀਮਾ ਉਹ ਅਸੀਂ ਦੱਸਣੀ ਆ। ਸੰਰਚਨਾਵਾਦੀ ਸਾਹਿਤ ਸਿਧਾਂਤ ਦੀ ਕਿਹੜੀ ਉਹ ਸੀਮਾ ਜਿਹ ਤੋਂ ਪਾਰ ਨਹੀਂ ਜਾਂਦੀ? ਭਾਸ਼ਾ ਅਤੇ ਸਾਹਿਤਕ ਪਾਠਾਂ ਦੀ ਸੰਰਚਨਾਤਮਕ ਅਨੁਕੂਲਤਾ, ਕਾਵਿ ਭਾਸ਼ਾ ਦੀ ਸੰਰਚਨਾਕਾਰੀ ਦੀ ਪਛਾਣ, ਭਾਸ਼ਕ ਸੰਰਚਨਾ ਦੀ ਵਿਆਪਕਤਾ ਦੀ ਪਛਾਣ, ਭਾਸ਼ਾ ਵਿਗਿਆਨ ਵਿਧੀ ਉੱਪਰ ਵੱਲ। ਜਿਹੜੀ ਇਹ ਸੰਰਚਨਾਵਾਦੀ ਸਾਹਿਤ ਸਿਧਾਂਤ ਦੀ ਮੁੱਖ ਸੀਮਾ ਉਹ ਭਾਸ਼ਾ ਵਿਗਿਆਨ ਵਿਧੀ ਉੱਪਰ ਵਧੇਰੇ ਬਲ ਦਿੰਦੀ ਆ। ਤੁਸੀਂ ਸਾਰੇ ਜਾਣਦੇ ਹੋ ਕਿ ਸੰਰਚਨਾਵਾਦ ਦਾ ਜਿਹੜਾ ਕਰਤਾ ਧਰਤਾ ਉਹ ਸਸਿਊਰ ਆ। ਭਾਸ਼ਾ ਦਾ ਉਹਨੇ ਅਧਿਐਨ ਕੀਤਾ ਅਤੇ ਉਹਨਾਂ ਨੇ ਕਨਸੈਪਟ ਦਿੱਤੇ। ਤੁਸੀਂ ਸਾਰੇ ਜਾਣਦੇ ਹੋ ਚਿੰਨ੍ਹ ਅਤੇ ਚਿਹਨਤ। ਠੀਕ ਹੈ ਜੀ, ਲਾਂਗ ਅਤੇ ਪੈਰੋਲ ਇਹਦੇ ਬਾਰੇ ਵੀ ਤੁਸੀਂ ਜਾਣਦੇ ਹੋ। ਕੜੀਦਾਰ, ਲੜੀਦਾਰ, ਇਕਾਲਕ ਅਤੇ ਦੋ ਕਾਲਕੀ। ਠੀਕ ਹੈ, ਇਹ ਸਾਰੇ ਕਨਸੈਪਟ ਨੇ ਸਸਿਊਰ ਦੇ, ਅਤੇ ਇਹਨਾਂ ਕਨਸੈਪਟਾਂ ਦੇ ਆਧਾਰ 'ਤੇ ਹੀ ਸੰਰਚਨਾਵਾਦ ਦਾ ਜਨਮ ਹੁੰਦਾ। ਅਤੇ ਜਿਹੜੀ ਸੰਰਚਨਾਵਾਦੀ ਸਾਹਿਤ ਸਿਧਾਂਤ ਦੀ ਮੁੱਖ ਸੀਮਾ ਭਾਸ਼ਾ ਵਿਗਿਆਨਕ ਵਿਧੀ ਉੱਪਰ ਵਧੇਰੇ ਬਲ ਦਿੰਦੀ ਆ। ਉਸ ਤੋਂ ਬਾਅਦ ਅਗਲਾ ਸਵਾਲ ਵੇਖਦੇ ਹਾਂ।
ਉੱਤਰ ਸੰਰਚਨਾਵਾਦੀ ਚਿੰਤਕਾਂ ਦਾ ਸਹੀ ਵਰਗ। ਸਾਨੂੰ ਨਾ ਪੱਛਮੀ ਆਲੋਚਨਾ ਪ੍ਰਣਾਲੀਆਂ ਦੇ ਜਿਹੜੇ ਚਿੰਤਕ ਨੇ ਉਹਨਾਂ ਦਾ ਸਹੀ ਜੁੱਟ ਹਰੇਕ ਵਾਰ ਪੁੱਛਿਆ ਜਾਂਦਾ, ਚਾਹੇ ਕਦੇ ਸਾਨੂੰ ਮਾਰਕਸਵਾਦ ਦਾ ਪੁੱਛ ਲੈਂਦੇ ਨੇ, ਮਾਰਕਸਵਾਦੀ ਚਿੰਤਕਾਂ ਦਾ, ਪੰਜਾਬੀ ਦੇ ਵੀ ਪੁੱਛ ਲੈਂਦੇ ਨੇ, ਅਤੇ ਉਹ ਸਾਡੇ ਕੋਲ ਪੱਛਮ ਦੇ ਹੀ ਪੁੱਛ ਲੈਂਦੇ ਨੇ, ਸੰਰਚਨਾਵਾਦ ਦਾ ਹੀ ਪੁੱਛ ਲੈਂਦੇ ਨੇ, ਉੱਤਰ ਸੰਰਚਨਾਵਾਦ ਦਾ ਹੀ ਪੁੱਛ ਲੈਂਦੇ ਨੇ, ਰੂਪਵਾਦ ਦਾ ਹੀ ਪੁੱਛ ਲੈਂਦੇ ਨੇ, ਅਮਰੀਕੀ ਨਵ ਆਲੋਚਨਾ ਦਾ ਹੀ ਪੁੱਛ ਲੈਂਦੇ ਨੇ, ਅਤੇ ਚਿੰਨ੍ਹ ਵਿਗਿਆਨ ਦਾ ਵੀ ਪੁੱਛ ਲੈਂਦੇ ਨੇ, ਹੈ ਨਾ, ਮਨੋਵਿਸ਼ਲੇਸ਼ਣਵਾਦ ਦਾ ਹੀ ਪੁੱਛ ਲੈਂਦੇ ਨੇ। ਤਾਂ ਕੋਸ਼ਿਸ਼ ਕਰੋ ਕਿ ਤੁਹਾਨੂੰ ਇਹਨਾਂ ਸਾਰੇ ਚਿੰਤਕਾਂ ਦਾ ਪਤਾ ਹੋਵੇ ਕਿਹੜੀ ਪ੍ਰਵਿਰਤੀ ਨਾਲ ਸੰਬੰਧ ਰੱਖਦੇ ਨੇ। ਸਾਨੂੰ 1-2 ਸਵਾਲ ਆ ਹੀ ਜਾਂਦਾ, ਠੀਕ ਹੈ, ਜਿਵੇਂ ਕਿ ਉੱਤਰ ਸੰਰਚਨਾਵਾਦੀ ਚਿੰਤਕਾਂ ਦਾ ਸਹੀ ਵਰਗ ਆਇਆ। ਜੇ ਤੁਹਾਡੇ ਕੋਲ ਇਹ ਚੀਜ਼ ਨਹੀਂ ਹੈ ਨਾ, ਤੁਹਾਡੇ ਕੋਲ ਨੋਟ ਨਹੀਂ ਹੈਗੇ, ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ, ਮੈਂ ਤੁਹਾਡੀ ਮਦਦ ਕਰ ਦੂੰਗਾ। ਉੱਤਰ ਸੰਰਚਨਾਵਾਦੀ ਚਿੰਤਕਾਂ ਦਾ ਸਹੀ ਵਰਗ ਕੀ ਆ? ਇਹਦੇ ਵਿੱਚ ਸਾਡੇ ਕੋਲ ਵਲਾਦੀਮੀਰ ਪ੍ਰੋਪ ਨਹੀਂ ਹੈਗਾ, ਇਹ ਆਪਸ਼ਨ ਗਲਤ ਹੋ ਜੂਗੀ। ਰੋਮਨ ਜੈਕਬਸਨ, ਸਸਿਊਰ, CP ਪੀਅਰਸ, ਸਸਿਊਰ ਨਹੀਂ ਹੈਗਾ, ਇਹ ਵੀ ਗਲਤ ਹੋ ਜੂ। ਇਹ ਸੰਰਚਨਾਵਾਦੀ ਹੈ ਪਰ ਉੱਤਰ ਸੰਰਚਨਾਵਾਦੀ ਨਹੀਂ ਹੈਗਾ। ਅਤੇ ਜਿਹੜੀ ਸਾਡੇ ਕੋਲ ਆਪਸ਼ਨ ਬਣਦੀ ਆ ਉਹ ਮਿਸ਼ੇਲ ਫੁਕੋ, ਜੂਲੀਆ ਕ੍ਰਿਸਤੋਵਾ ਅਤੇ ਜੈਕ ਦੇਰੀਦਾ, ਇਹ ਸਾਡੇ ਕੋਲ ਉੱਤਰ ਸੰਰਚਨਾਵਾਦੀ ਨੇ। ਇੱਧਰ ਕਲਾਦ ਲੈਵੀ-ਸਤਰਾਸ ਸੰਰਚਨਾਵਾਦੀ ਆ ਪਰ ਉੱਤਰ ਸੰਰਚਨਾਵਾਦੀ ਨਹੀਂ ਹੈਗਾ, ਤਾਂ ਕਰਕੇ ਇਹ ਆਪਸ਼ਨ ਵੀ ਗਲਤ ਹੋ ਜੂ, ਤਾਂ ਇਹਦੀ ਤੀਜੀ ਆਪਸ਼ਨ ਸਹੀ ਆ। ਉਸ ਤੋਂ ਬਾਅਦ ਪੰਜਾਬੀ ਸੰਰਚਨਾਵਾਦੀ, ਦੇਖੋ ਸੇਮ ਸਵਾਲ ਆ ਗਿਆ ਨਾ, ਉੱਤੇ ਉਹਨਾਂ ਨੇ ਪੁੱਛਿਆ ਸੀ ਉੱਤਰ ਸੰਰਚਨਾਵਾਦੀ ਚਿੰਤਕਾਂ ਦਾ ਜਿਹੜੇ ਪੱਛਮ ਦੇ ਨੇ, ਹੁਣ ਉਹਨਾਂ ਨੇ ਪੰਜਾਬੀ ਮਤਲਬ ਉਹਦੇ ਉੱਤੇ ਸਵਾਲ ਆਇਆ, ਅੱਗੇ ਆਊਗਾ ਸਵਾਲ, ਅੱਗੇ ਸਵਾਲ ਆਊਗਾ ਇੱਕ, ਪੰਜਾਬੀ ਸੰਰਚਨਾਵਾਦੀ ਆਲੋਚਨਾ ਦਾ ਮੁੱਖ ਲੱਛਣ ਕੀ ਆ? ਕਿ ਜਿਹੜੇ ਪੰਜਾਬੀ ਸੰਰਚਨਾਵਾਦੀ ਆਲੋਚਕ ਨੇ, ਜਿਵੇਂ ਡਾਕਟਰ ਹਰਭਜਨ ਸਿੰਘ ਆ ਗਿਆ, ਤਰਲੋਕ ਸਿੰਘ ਕੰਵਰ ਆ ਗਿਆ, ਹੈ ਨਾ, ਸਤਿੰਦਰ ਸਿੰਘ ਨੂਰ ਆ ਗਿਆ, ਜਾਂ ਇਕੱਲਾ ਸਤਿੰਦਰ ਸਿੰਘ ਆ ਗਿਆ, ਹੈ ਨਾ, ਸਾਡੇ ਕੋਲ ਇੱਦਾਂ ਦੇ ਮਾਰਕਸਵਾਦੀ ਸੰਰਚਨਾਵਾਦੀ ਆਲੋਚਕ ਨੇ। ਉਹਨਾਂ ਜਦੋਂ ਉਹ ਆਲੋਚਨਾ ਕਰਦੇ ਨੇ ਪੰਜਾਬੀ ਵਿੱਚ, ਤਾਂ ਉਹਨਾਂ ਦਾ ਮੁੱਖ ਲੱਛਣ ਕੀ ਆ? ਮਾਰਕਸਵਾਦੀ ਸਮੀਖਿਆ ਸਿਧਾਂਤਕ ਵਿਰੋਧ ਕਰਦੇ ਨੇ ਪਰ ਮੁੱਖ ਲੱਛਣ ਨਹੀਂ ਹੈਗਾ। ਰੂਪਵਾਦੀ ਸੰਰਚਨਾਵਾਦੀ ਆਧਾਰਾਂ ਦੀ ਸਾਂਝ, ਸਾਹਿਤਕ ਰਚਨਾ ਦੇ ਪਾਠਗਤ ਪ੍ਰਬੰਧਾਂ ਦੀ ਨਿਸ਼ਾਨਦੇਹੀ, ਠੀਕ ਹੈ, C ਆਪਸ਼ਨ ਆਊਗੀ। ਉਸ ਤੋਂ ਬਾਅਦ ਅਗਲਾ ਸਵਾਲ ਆ ਕਥਨ ਤੇ ਕਾਰਨ ਵਾਲਾ। ਨਵੀਨ ਪੰਜਾਬੀ ਆਲੋਚਨਾ ਦਾ ਇੱਕ ਲੱਛਣ ਇਹ ਵੀ ਹੈ ਕਿ ਇਸਨੇ ਪੱਛਮੀ ਆਲੋਚਨਾ ਵਿਧੀਆਂ ਬਾਰੇ ਸਿਧਾਂਤਕ ਵਿਚਾਰ ਚਰਚਾ ਕਰਨ ਸਮੇਂ ਵਧੇਰੇ ਦਿਲਚਸਪੀ ਦਿਖਾਈ ਹੈ, ਪਰ ਪੰਜਾਬੀ ਪਾਠਾਂ ਦਾ ਪਾਠਗਤ ਵਿਸ਼ਲੇਸ਼ਣ ਕਰਨ ਵੱਲ ਘੱਟ। ਇਹ ਬਿਲਕੁਲ ਸਹੀ ਕਥਨ ਆ, ਕਿਉਂਕਿ ਜਿਹੜੀ ਪੰਜਾਬੀ ਆਲੋਚਨਾ ਦਾ ਇਹ ਲੱਛਣ ਰਿਹਾ ਜਾਂ ਇਹ ਸੁਭਾਅ ਕਿ ਉਹਨਾਂ ਨੇ ਪੱਛਮੀ ਆਲੋਚਨਾ ਦੀਆਂ ਜਿਹੜੀਆਂ ਵਿਧੀਆਂ ਨੇ ਉਹਦੇ ਬਾਰੇ ਬਹੁਤ ਜ਼ਿਆਦਾ ਸਿਧਾਂਤਕ ਵਿਚਾਰ ਚਰਚਾ ਕੀਤੀ ਆ, ਹੈ ਨਾ। ਚਾਹੇ ਅਸੀਂ ਹਰਭਜਨ ਸਿੰਘ ਦੀ ਗੱਲ ਕਰ ਸਕਦੇ ਹਾਂ, ਹਰਭਜਨ ਸਿੰਘ ਨੇ ਸੰਰਚਨਾਵਾਦ, ਰੂਪਵਾਦ, ਸ਼ੈਲੀ ਵਿਗਿਆਨ, ਹੈ ਨਾ, ਜਿਹੜੀਆਂ ਪੱਛਮ ਦੇ ਵਿੱਚ ਰੂਪ ਦੇ ਆਧਾਰਿਤ ਜਿਹੜੀਆਂ ਪ੍ਰਣਾਲੀਆਂ ਸੀ ਉਹਦੇ ਬਾਰੇ ਸਿਧਾਂਤਕ ਵਿਚਾਰ ਚਰਚਾ ਕੀਤੀ। ਉਹਨਾਂ ਦੀਆਂ ਕਿਤਾਬਾਂ ਦੇ ਰਾਹੀਂ ਵੀ ਅਸੀਂ ਵੇਖ ਸਕਦੇ ਹਾਂ। ਕਿਤੇ ਨਾ ਕਿਤੇ ਚਲੋ ਉਹਨਾਂ ਨੇ ਸਾਡੀਆਂ ਜਿਹੜੀਆਂ ਸਾਹਿਤਕ ਕਿਰਤਾਂ ਨੇ ਉਹਨਾਂ ਉੱਤੇ ਵੀ ਲਾਗੂ ਕੀਤਾ, ਪਰ ਜਿਹੜੀ ਜ਼ਿਆਦਾ ਵਿਚਾਰ ਚਰਚਾ ਹੋਈ ਆ ਉਹ ਇਹਨਾਂ ਸਿਧਾਂਤਾਂ ਨੂੰ ਪੰਜਾਬੀ ਦੇ ਵਿੱਚ ਮਤਲਬ ਸਿਧਾਂਤਕ ਤੌਰ 'ਤੇ ਵਿਚਾਰ ਚਰਚਾ ਜ਼ਿਆਦਾ ਕੀਤੀ ਆ। ਉਹਨਾਂ ਨੂੰ ਪਾਠ ਦੇ ਉੱਤੇ ਫਿੱਟ ਕਰਨਾ ਜਾਂ ਪਾਠ ਦਾ ਵਿਸ਼ਲੇਸ਼ਣ ਕਰਨਾ ਉਸ ਸਿਧਾਂਤ ਦੇ ਤੌਰ 'ਤੇ, ਉਹ ਕੰਮ ਬਹੁਤ ਘੱਟ ਹੋਇਆ। ਅਤੇ ਕਥਨ ਇਹ ਬਿਲਕੁਲ ਸਹੀ ਆ, ਕਿਉਂਕਿ ਇਹ ਆਲੋਚਨਾ ਸਾਹਿਤ ਸਿਧਾਂਤਾਂ ਅਤੇ ਸਮੀਖਿਆ ਦੇ ਵਿਚਾਰ ਵਿਸ਼ਲੇਸ਼ਣ ਨੂੰ ਸਾਹਿਤਕ ਪਾਠਾਂ ਦੇ ਵਿਸ਼ਲੇਸ਼ਣ ਤੋਂ ਪ੍ਰਾਥਮਿਕਤਾ ਦਿੰਦੀ ਹੈ। ਇਹ ਆਲੋਚਨਾ ਸਾਹਿਤ ਸਿਧਾਂਤ ਅਤੇ ਸਮੀਖਿਆ ਦੇ ਵਿਚਾਰ ਵਿਸ਼ਲੇਸ਼ਣ ਨੂੰ ਸਾਹਿਤਕ ਪਾਠਾਂ ਦੇ ਵਿਸ਼ਲੇਸ਼ਣ ਤੋਂ ਪ੍ਰਾਥਮਿਕਤਾ ਦਿੰਦੀ ਹੈ। ਬਿਲਕੁਲ ਸਹੀ ਆ, ਦੋਨੋਂ ਕਾਰਨ ਸਹੀ ਨੇ, ਕਿਉਂਕਿ ਇਹ ਜਿਹੜੀ ਆਲੋਚਨਾ ਪ੍ਰਣਾਲੀ ਆ ਇਹ ਜ਼ਿਆਦਾਤਰ ਸਮੀਖਿਆ ਦੇ ਜਿਹੜੇ ਵਿਚਾਰ ਨੇ, ਵਿਸ਼ਲੇਸ਼ਣ, ਹੈ ਨਾ, ਉਹਨਾਂ 'ਤੇ ਜ਼ਿਆਦਾ ਜ਼ੋਰ ਦਿੰਦੀ ਆ, ਉਹਨੂੰ ਪਹਿਲਤਾ ਦਿੰਦੀ ਆ ਸਾਹਿਤਕ ਪਾਠਾਂ ਦੇ ਵਿਸ਼ਲੇਸ਼ਣ ਤੋਂ ਪਹਿਲਾਂ। ਠੀਕ ਹੈ, ਦੋਵੇਂ ਕਥਨ ਸਹੀ ਨੇ। ਇਹਦੀ ਇਹ ਆਪਸ਼ਨ ਬਣੂਗੀ। ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਅਗਲਾ ਸਵਾਲ। ਸਾਹਿਤ ਅਧਿਐਨ ਸਾਹਿਤ ਸਮੀਖਿਆ ਦਾ ਮੁੱਖ ਭੇਦ ਇਹ। ਇੱਕ ਸਾਹਿਤ ਅਧਿਐਨ ਆ ਸਾਡੇ ਕੋਲ, ਇੱਕ ਸਾਹਿਤ ਸਮੀਖਿਆ। ਕਈ ਵਾਰ ਅਸੀਂ ਇਹਨੂੰ ਇੱਕੋ ਸਮਝ ਲੈਂਦੇ ਹਾਂ, ਪਰ ਹੁਣ ਇਹ ਜਿਹੜਾ ਸਵਾਲ ਆ ਇਹ ਕਿਸੇ ਦੀ ਕਿਤਾਬ ਦੇ ਵਿੱਚੋਂ ਆਇਆ ਹੋਇਆ। ਉਹ ਸਾਹਿਤ ਅਧਿਐਨ ਅਤੇ ਸਾਹਿਤ ਸਮੀਖਿਆ ਨੂੰ ਅਲੱਗ-ਅਲੱਗ ਸਮਝਦੇ ਨੇ, ਇੱਕ ਦੂਜੇ ਦੇ ਪੂਰਕ ਵੀ ਨੇ ਇਹ। ਜਦੋਂ ਅਸੀਂ ਸਾਹਿਤ ਅਧਿਐਨ ਕਰਦੇ ਹਾਂ ਤਾਂ ਸਾਹਿਤ ਸਮੀਖਿਆ ਆਪਣੇ ਆਪ ਹੀ ਆ ਜਾਂਦੀ ਆ। ਚਲੋ ਆਪਾਂ ਸਵਾਲ ਵੇਖਦੇ ਹਾਂ। ਸਾਹਿਤ ਅਧਿਐਨ ਅਤੇ ਸਾਹਿਤ ਸਮੀਖਿਆ ਵਿੱਚ ਮੁੱਖ ਭੇਦ ਇਹ ਹੈ ਕਿ ਸਾਹਿਤ ਅਧਿਐਨ ਸਾਹਿਤਕ ਪਾਠਾਂ ਦੇ ਵਿਸ਼ੇਗਤ ਸੰਦਰਭਾਂ ਅਤੇ ਸਰੋਕਾਰਾਂ ਦੀ ਨਿਸ਼ਾਨਦੇਹੀ ਤੱਕ ਸੀਮਿਤ ਰਹਿੰਦਾ ਹੈ, ਸਾਹਿਤ ਅਧਿਐਨ ਆ ਜਿਹੜਾ, ਜਦ ਕਿ ਸਾਹਿਤ ਸਮੀਖਿਆ ਇਸ ਤੋਂ ਅਗਾਂਹ ਇਹਨਾਂ ਦੇ ਵਿਸ਼ਲੇਸ਼ਣ ਅਤੇ ਮੁਲਾਂਕਣ ਵੀ ਕਰਦੀ ਹੈ। ਠੀਕ ਹੈ ਜੀ, ਇਹ ਕਥਨ ਸਹੀ ਲੱਗ ਰਿਹਾ।
ਹੈ ਨਾ। ਜੇ ਕਿਸੇ ਨੇ ਗੱਲ ਕੀਤੀ ਹੋਊਗੀ, ਸ਼ਾਇਦ ਇਹ ਗੱਲ ਹਰਭਜਨ ਸਿੰਘ ਨੇ ਕੀਤੀ ਹੋਵੇ, ਸਾਹਿਤ ਅਧਿਐਨ ਅਤੇ ਸਾਹਿਤ ਸਮੀਖਿਆ ਦੇ ਵਿੱਚ ਕੀ ਫਰਕ ਆ। ਤਾਂ ਜਿਹੜਾ ਸਾਹਿਤ ਅਧਿਐਨ ਆ ਹੈ ਨਾ, ਉਹ ਸਾਹਿਤਕ ਪਾਠਾਂ ਦਾ ਜਿਹੜਾ ਵਿਸ਼ੇਗਤ ਸੰਦਰਭ ਆ ਜਾਂ ਉਹਦੇ ਸਰੋਕਾਰ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਦਾ, ਉਹਦੇ ਤੱਕ ਸੀਮਿਤ ਰਹਿੰਦਾ। ਪਰ ਜਦੋਂ ਸਾਹਿਤ ਸਮੀਖਿਆ ਦੀ ਗੱਲ ਹੁੰਦੀ ਆ, ਉਹ ਇਹ ਤੋਂ ਅਗਾਂਹ ਨਿਕਲ ਕੇ ਉਹਦਾ ਵਿਸ਼ਲੇਸ਼ਣ ਵੀ ਕਰਦਾ ਅਤੇ ਉਹਦਾ ਮੁਲਾਂਕਣ ਵੀ ਕਰਦਾ। ਸਾਹਿਤ ਸਮੀਖਿਆ ਇਹ ਫਰਕ ਆ, ਠੀਕ ਆ, ਧਿਆਨ ਦੇ ਵਿੱਚ ਰੱਖਿਓ, ਅੱਗੇ ਵੀ ਸਵਾਲ ਆ ਸਕਦਾ। ਅਤੇ ਇਹ ਕਥਨ ਸਹੀ ਆ। ਅਤੇ ਹੁਣ ਆਪਾਂ ਕਾਰਨ ਪੜ੍ਹਦੇ ਹਾਂ। ਕਿਉਂਕਿ ਸਾਹਿਤ ਅਧਿਐਨ ਦਾ ਕੇਂਦਰ ਸਿਰਫ ਪਾਠ ਪ੍ਰਬੰਧ ਹੁੰਦਾ ਹੈ ਅਤੇ ਸਾਹਿਤ ਸਮੀਖਿਆ ਦਾ ਕੇਂਦਰ ਸਮਾਜ ਅਤੇ ਇਤਿਹਾਸ ਵੀ ਹੁੰਦਾ ਹੈ। ਨਹੀਂ, ਇਹ ਕਥਨ ਗਲਤ ਆ। ਸਾਹਿਤ ਅਧਿਐਨ ਅਤੇ ਸਾਹਿਤ ਸਮੀਖਿਆ ਦਾ ਜਿਹੜਾ ਕੇਂਦਰ ਉਹ ਪਹਿਲਾ ਪਾਠ ਆ, ਠੀਕ ਆ ਜੀ, ਲਿਟਰੇਚਰ ਆ। ਉਹ ਤੋਂ ਬਾਅਦ ਉਹਦੀਆਂ ਸੀਮਾਵਾਂ ਕੁਛ ਹੋ ਸਕਦੀਆਂ ਨੇ। ਸਾਹਿਤ ਅਧਿਐਨ ਦੀਆਂ ਸੀਮਾਵਾਂ ਪਾਠ ਪ੍ਰਬੰਧ ਹੋ ਸਕਦਾ, ਪਰ ਸਾਹਿਤ ਸਮੀਖਿਆ ਦਾ ਜਿਹੜਾ ਕੇਂਦਰ ਆ ਉਹ ਪਾਠ ਪ੍ਰਬੰਧ ਵੀ ਹੋਊਗਾ ਅਤੇ ਉਹ ਤੋਂ ਬਾਅਦ ਉਹ ਸਮਾਜ ਅਤੇ ਇਤਿਹਾਸ ਬਾਰੇ ਵੀ ਗੱਲ ਹੋ ਸਕਦੀ ਆ, ਠੀਕ ਆ ਜੀ। ਅਤੇ ਕਥਨ ਸਹੀ ਆ ਅਤੇ ਕਾਰਨ ਗਲਤ ਆ। ਇਹ ਸਹੀ ਅਤੇ ਆਰ ਗਲਤ, ਇਹ ਆਪਸ਼ਨ ਸਹੀ ਹੋਊਗੀ। ਉਹ ਤੋਂ ਬਾਅਦ ਆਪਾਂ ਅਗਲਾ ਸਵਾਲ ਵੇਖਦੇ ਹਾਂ। ਸਾਹਿਤ ਵਿਗਿਆਨ ਦਾ ਮੁੱਖ ਪ੍ਰਯੋਜਨ ਹੈ। ਅਸੀਂ ਇਹਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਆ, ਇਹ ਤੋਂ ਪਹਿਲਾਂ ਜਿਹੜੀ ਵੀਡੀਓ ਬਣੀ ਆ, ਅਤੇ ਉਹਦਾ ਲਿੰਕ ਮੈਂ ਤੁਹਾਨੂੰ ਦੇ ਦੂੰਗਾ, ਡਿਸਕ੍ਰਿਪਸ਼ਨ 'ਚ ਵੀ ਦੇ ਦੂੰਗਾ ਅਤੇ ਉਹਨੂੰ ਆਈ ਬਟਨ 'ਤੇ ਵੀ ਦੇ ਦੂੰਗਾ, ਜਾਂ ਤੁਸੀਂ ਪਲੇ ਲਿਸਟ ਦੇ ਵਿੱਚ ਜਾ ਕੇ UGC ਨੈੱਟ ਵਾਲਾ ਖੋਲ੍ਹ ਲਿਓ ਫੋਲਡਰ ਜਾਂ, ਅਤੇ ਉੱਥੇ ਵੇਖ ਲਿਓ। ਸਾਹਿਤ ਵਿਗਿਆਨ ਦਾ ਮੁੱਖ ਪ੍ਰਯੋਜਨ, ਬਹੁਤ ਵਾਰੀ ਸਵਾਲ ਰਿਪੀਟ ਹੋਇਆ ਸਾਹਿਤ ਵਿਗਿਆਨ 'ਤੇ, ਬਹੁਤ ਵਾਰ, ਲਗਭਗ ਹਰੇਕ ਪੇਪਰ ਦੇ ਵਿੱਚ ਸਵਾਲ ਹੁੰਦਾ। ਸਾਹਿਤ ਅਧਿਐਨ ਵਿੱਚ ਵਿਗਿਆਨ ਦੀਆਂ ਵਿਧੀਆਂ ਦਾ ਪ੍ਰਯੋਗ, ਗਲਤ ਆ ਜੀ। ਸਾਹਿਤ ਦੇ ਰਚਨਾਤਮਕ ਨਿਯਮਾਂ ਦੀ ਨਿਸ਼ਾਨਦੇਹੀ, ਬਿਲਕੁਲ ਇਹ ਆਪਸ਼ਨ ਸਹੀ ਆ। ਮੈਂ ਸਵਾਲ ਪੜ੍ਹੇ ਹੋਏ ਨੇ, ਤਾਂ ਤੁਸੀਂ ਪਹਿਲਾਂ 4 ਦੀਆਂ 4 ਆਪਸ਼ਨਾਂ ਪੜ੍ਹਨੀਆਂ ਨੇ, ਉਹ ਤੋਂ ਬਾਅਦ ਉੱਤਰ ਦੇਣਾ। ਅਤੇ ਇਹ ਜ਼ਰੂਰ ਜਾਣ ਲਿਓ ਕਿ ਸਾਨੂੰ ਪੁੱਛਿਆ ਕੀ ਗਿਆ, ਮੁੱਖ ਪ੍ਰਯੋਜਨ ਪੁੱਛਿਆ। ਸਾਹਿਤ ਅਧਿਐਨ ਸਮੇਂ ਵਿਗਿਆਨਕ ਤੱਥਾਂ ਦੀ ਤਲਾਸ਼ ਨਹੀਂ। ਸਾਹਿਤਕ ਪਾਠਾਂ ਦੀ ਸਮਕਾਲੀ ਚਿੰਤਨ ਅਨੁਸਾਰ ਵਿਆਖਿਆ, ਇਹ ਵੀ ਨਹੀਂ ਹੈਗਾ, ਇਹਦੀ ਵੀ ਆਪਸ਼ਨ ਆਊਗੀ। ਇਹਦੇ ਬਾਰੇ ਸਾਹਿਤ ਵਿਗਿਆਨ ਬਾਰੇ ਅਸੀਂ ਸਾਡੀ ਜਿਹੜੀ ਪਹਿਲੀ ਵੀਡੀਓ ਆ ਉਹਦੇ ਵਿੱਚ ਵਿਚਾਰ ਚਰਚਾ ਕਰ ਚੁੱਕੇ ਹਾਂ। ਅਸੀਂ ਹੁਣ ਇਹਦੇ ਉੱਤੇ ਨਹੀਂ ਕਰਾਂਗੇ ਗੱਲਬਾਤ, ਤੁਸੀਂ ਉਹ ਵੀਡੀਓ ਵੇਖ ਲਿਓ ਪੁਰਾਣੀ। ਇਹ ਭਾਗ ਦੂਜਾ, ਉਹ ਭਾਗ ਪਹਿਲਾ। ਇਹ ਸਵਾਲ ਸਾਨੂੰ ਪਹਿਲਾਂ ਵੀ ਆਇਆ ਅਤੇ ਫਿਰ ਦੁਬਾਰਾ ਆ ਗਿਆ। ਬਣਤਰ ਅਤੇ ਬਣਤਰ ਰੂਪਵਾਦ ਦਾ ਕਨਸੈਪਟ ਆ, ਠੀਕ ਹੈ ਜੀ। ਬਣਤਰ ਅਤੇ ਬਣਤਰ ਅਸੀਂ ਰੂਪਵਾਦ ਨਾਲ ਮਿਲਾਵਾਂਗੇ। ਰੂਪਵਾਦ ਅਤੇ ਨਵ ਅਮਰੀਕੀ ਆਲੋਚਨਾ ਦੇ ਇਹ ਕਨਸੈਪਟ ਆ, ਨਵ ਅਮਰੀਕੀ ਆਲੋਚਨਾ ਦਾ ਕਨਸੈਪਟ ਆ, ਪਰ ਇੱਥੇ ਬਣਤਰ ਅਤੇ ਬਣਤਰ ਅਸੀਂ ਰੂਪਵਾਦ ਨਾਲ ਮਿਲਾਵਾਂਗੇ। ਨੀਂਹ ਅਤੇ ਉਸਾਰ ਮਾਰਕਸਵਾਦ ਦਾ ਕਨਸੈਪਟ, ਇਹਦੇ ਬਾਰੇ ਅਸੀਂ ਪਹਿਲੀ ਵੀਡੀਓ 'ਚ ਵਿਚਾਰ ਚਰਚਾ ਕੀਤੀ ਆ। ਬਣਤਰ ਅਤੇ ਬਣਤਰ 'ਤੇ ਵੀ ਕੀਤੀ ਆ। ਮਹਾਂਵਰਤਾਂਤ ਆ ਜਿਹੜਾ ਉਹ ਉੱਤਰ ਆਧੁਨਿਕਤਾ ਦਾ ਕਨਸੈਪਟ ਆ, ਠੀਕ ਆ ਜੀ। ਅਤੇ ਸੀਜੋਡਾਈਮ ਇਹ ਮਨੋਵਿਸ਼ਲੇਸ਼ਣਵਾਦ ਦਾ ਕਨਸੈਪਟ ਆ। ਅਤੇ ਉਸ ਤੋਂ ਬਾਅਦ ਚਿੰਨ੍ਹ ਵਿਗਿਆਨ ਨਾਲ ਸੰਬੰਧਿਤ ਵਿਦਵਾਨਾਂ ਦਾ ਸਹੀ ਵਰਗ ਹੈ। ਚਿੰਨ੍ਹ ਵਿਗਿਆਨ ਹੈ ਨਾ, ਤੁਸੀਂ ਜਾਣਦੇ ਹੋ ਕਿ ਪੰਜਾਬੀ ਨਾਵਲ ਚਿੰਨ੍ਹ ਵਿਗਿਆਨਿਕ ਅਧਿਐਨ ਗੁਰਪਾਲ ਸਿੰਘ ਸੰਧੂ ਦੀ ਕਿਤਾਬ ਆ। ਜੇ ਤੁਸੀਂ ਨਹੀਂ ਜਾਣਦੇ ਤਾਂ ਬਹੁਤ ਇੰਪੋਰਟੈਂਟ ਕਿਤਾਬ ਆ ਚਿੰਨ੍ਹ ਵਿਗਿਆਨ ਦੇ ਜੇ ਲਿਹਾਜ਼ ਨਾਲ ਆਪਾਂ ਗੱਲ ਕਰੀਏ ਤਾਂ। ਇਹਦੀ ਜਿਹੜੀ ਸਹੀ ਆਪਸ਼ਨ ਆ ਉਹ ਰੋਲਾ ਵਾਰਤਾ, ਅੰਮ੍ਰਿਤ ਈਕੋ ਆ, ਜੂਲੀਆ ਕ੍ਰਿਸਤੋਵਾ। ਇਹ 3 ਜਿਹੜੇ ਵਿਦਵਾਨ ਨੇ ਚਿੰਨ੍ਹ ਵਿਗਿਆਨੀ ਨੇ। ਕਿਉਂਕਿ ਸਾਡੇ ਕੋਲ ਕਲਾਦ ਲੈਵੀ ਸਤਰਾਸ ਨਹੀਂ ਹੈਗਾ, ਠੀਕ ਆ ਜੀ। ਇੱਧਰੋਂ ਸਾਡੇ ਕੋਲ ਹਾਰਲਡ ਬਲੂਮ ਨਹੀਂ ਹੈਗਾ, ਇੱਧਰ ਸਾਡੇ ਕੋਲ ਤਮਾਸੇ ਵਸਕੀ ਨਹੀਂ ਹੈਗਾ, ਅਤੇ ਇਸ ਕਰਕੇ ਇਹਦੀ ਆਪਸ਼ਨ ਦੂਜੀ ਬਣੂਗੀ। ਉਸ ਤੋਂ ਬਾਅਦ ਤਰਾਸਦੀ ਅਜਨਬੀ ਕਿਰਤ ਕਿਸ ਤਰ੍ਹਾਂ ਪ੍ਰਤੀਤ ਹੁੰਦੀ ਹੈ। ਇਹ ਭੈ ਅਤੇ ਦਇਆ ਦੀ ਦ੍ਰਿਸ਼ਟੀ ਬਿੰਦੂ ਕਾਰਨ ਹੁੰਦੀ ਆ, ਭੈ ਅਤੇ ਦਇਆ। ਉਸ ਤੋਂ ਬਾਅਦ ਪੰਜਾਬੀ ਸੰਰਚਨਾਵਾਦੀ ਆਲੋਚਨਾ ਨਾਲ ਸੰਬੰਧਿਤ ਆਲੋਚਕਾਂ ਦਾ ਸਹੀ ਵਰਗ। ਪੰਜਾਬੀ ਸੰਰਚਨਾਵਾਦੀ, ਦੇਖੋ ਆ ਗਿਆ ਸਵਾਲ ਨਾ, ਤਾਂ ਕੋਸ਼ਿਸ਼ ਕਰੋ ਕਿ ਤੁਹਾਨੂੰ ਜਿੰਨੀਆਂ ਵੀ ਆਲੋਚਨਾ ਪ੍ਰਣਾਲੀਆਂ ਨੇ ਉਹਦੇ ਪੱਛਮੀ ਚਿੰਤਕ ਅਤੇ ਪੰਜਾਬੀ ਚਿੰਤਕ ਉਹਨਾਂ ਬਾਰੇ ਪਤਾ ਹੋਵੇ, ਅਤੇ ਉਹਨਾਂ ਦੀਆਂ ਕਿਤਾਬਾਂ, ਅਤੇ ਇੱਕੋ ਇੱਕ ਕਿਤਾਬ ਤੁਸੀਂ ਪੜ੍ਹ ਸਕਦੇ ਹੋ ਪੰਜਾਬੀ ਆਲੋਚਨਾ ਦਾ ਇਤਿਹਾਸ। ਉਹਦੇ ਵਿੱਚ ਤੁਹਾਨੂੰ ਇਹ ਸਾਰੀ ਜਿਹੜੀ ਸਮੱਗਰੀ ਆ ਉਹ ਮਿਲ ਜੂਗੀ। ਬਹੁਤ ਸੋਹਣੀ ਕਿਤਾਬ ਆ, ਨਾਲੇ ਤੁਸੀਂ ਆਲੋਚਨਾ ਨੂੰ ਸਮਝੋਗੇ, ਨਾਲੇ ਪੰਜਾਬੀ ਆਲੋਚਨਾ ਨੂੰ ਵੀ ਸਮਝ ਲਓਗੇ। UGC ਨੈੱਟ ਦਾ ਪੇਪਰ ਕਰਨ ਲਈ, ਕਲੀਅਰ ਕਰਨ ਲਈ ਉਹ ਕਿਤਾਬ ਬਹੁਤ ਬੈਨੀਫਿਟ ਆ। ਤਰਲੋਕ ਸਿੰਘ ਕੰਵਰ ਸੰਰਚਨਾਵਾਦੀ ਆ, ਬਿਲਕੁਲ ਸਹੀ ਆ। ਹਰਜੀਤ ਸਿੰਘ ਗਿੱਲ ਸੰਰਚਨਾਵਾਦੀ ਆ। ਡਾਕਟਰ ਰਘਵੀਰ ਸਿੰਘ ਨਹੀਂ ਹੈਗਾ, ਇਹ ਮਾਰਕਸਵਾਦੀ ਆਲੋਚਕ ਆ, ਇਹ ਆਪਸ਼ਨ ਵੀ ਗਲਤ ਹੋ ਜੂਗੀ। ਹਰਭਜਨ ਸਿੰਘ ਸੰਰਚਨਾਵਾਦੀ ਆ, ਰੂਪਵਾਦੀ ਸੰਰਚਨਾਵਾਦੀ ਕਹਿ ਸਕਦੇ ਹਾਂ। ਸਰਜੀਤ ਲੀ ਨੂੰ ਵੀ ਕਹਿ ਸਕਦੇ ਹਾਂ। ਤਰਲੋਕ ਸਿੰਘ ਕੰਵਰ ਵੀ ਹੈ, ਇਹਨੂੰ ਆਪਾਂ ਹੋਲਡ 'ਤੇ ਰੱਖ ਲਓ। ਇਹਨੇ ਹਰਭਜਨ ਸਿੰਘ ਭਾਟੀਆ, ਕਿਸ਼ਨ ਸਿੰਘ ਮਾਰਕਸਵਾਦੀ ਆ। ਰਵਿੰਦਰ ਰਵੀ ਮਾਰਕਸਵਾਦੀ ਆ, ਇਹ ਵੀ ਆਪਸ਼ਨ ਗਲਤ ਹੋ ਜੂ। ਡਾਕਟਰ ਅਤਰ ਸਿੰਘ ਮਾਰਕਸਵਾਦੀ ਆ। ਆਤਮਜੀਤ ਸਿੰਘ ਸੰਰਚਨਾਵਾਦੀ ਆ ਨਾ। ਕਿਰਪਾਲ ਸਿੰਘ ਕਸੇਲ ਬਾਰੇ ਆਪਾਂ ਸਪਸ਼ਟ ਨਹੀਂ ਹੈ ਜੀ ਕਿਹੜੀ
ਪ੍ਰਣਾਲੀ ਨਾਲ ਸੰਬੰਧ ਰੱਖਦੇ ਨੇ, ਤਾਂ ਸਾਡੇ ਕੋਲ ਦੂਜੀ ਆਪਸ਼ਨ ਬੈਸਟ ਆ, ਅਸੀਂ ਦੂਜੀ ਲਾ ਕੇ ਆਵਾਂਗੇ, ਦੂਜੀ ਹੀ ਸਹੀ ਆ। ਉਹ ਤੋਂ ਬਾਅਦ ਸਾਡੇ ਕੋਲ ਅਗਲਾ ਸਵਾਲ ਆ, ਪੰਜਾਬੀ ਮਾਰਕਸਵਾਦੀ ਆਲੋਚਕਾਂ ਦਾ ਸਹੀ ਵਰਗ। ਸੰਤ ਸਿੰਘ ਸੇਖੋਂ ਮਾਰਕਸਵਾਦੀ ਆਲੋਚਕ ਨੇ, ਕਿਸ਼ਨ ਸਿੰਘ ਮਾਰਕਸਵਾਦੀ ਆਲੋਚਕ ਨੇ, ਹਰਭਜਨ ਸਿੰਘ ਨਹੀਂ ਹੈਗੇ, ਇਹ ਰੂਪਵਾਦੀ ਸੰਰਚਨਾਵਾਦੀ ਨੇ, ਆਪਸ਼ਨ ਗਲਤ ਹੋ ਜੂਗੀ। ਸੰਤ ਸਿੰਘ ਸੇਖੋਂ ਮਾਰਕਸਵਾਦੀ ਨੇ, ਰਵਿੰਦਰ ਰਵੀ ਮਾਰਕਸਵਾਦੀ ਨੇ, ਸੁਰਜੀਤ ਸਿੰਘ ਭੱਟੀ ਵੀ ਮਾਰਕਸਵਾਦੀ ਨੇ, ਸਾਡੇ ਕੋਲ ਦੂਜੀ ਆਪਸ਼ਨ ਸਹੀ ਆ। ਇਹਦੇ ਵਿੱਚੋਂ ਹਰਭਜਨ ਸਿੰਘ ਭਾਟੀਆ ਨਹੀਂ ਹੈਗੇ, ਸੇਖੋਂ ਵੀ ਹੈ, ਨਜਮ ਹੁਸੈਨ ਸਈਦ ਵੀ ਹੈ, ਅੱਤਰ ਅਤੇ ਸੇਖੋਂ ਡਾਕਟਰ ਤਰਲੋਕ ਸਿੰਘ ਕੰਵਰ ਨਹੀਂ ਹੈਗੇ, ਤਾਂ ਕਰਕੇ ਸਾਡੇ ਕੋਲ ਇੱਕੋ ਇੱਕ ਆਪਸ਼ਨ ਬਚਦੀ ਹੈ ਜਿਹੜੀ ਬੈਸਟ ਆ, ਉਹ ਦੂਜੀ ਆ। ਸਾਹਿਤ ਦਾ ਸਰੂਪ ਉਦੇਸ਼ ਅਤੇ ਪ੍ਰੇਰਕ ਹੈ। ਸ਼ਾਬਦਿਕ ਕਲਾ ਸਾਹਿਤ ਦਾ ਸਰੂਪ, ਭਾਸ਼ਾਗਤ ਪ੍ਰਵੀਨਤਾ ਉਦੇਸ਼, ਚੰਗੇਰਾ ਪ੍ਰਗਟਾ ਪ੍ਰੇਰਕ, ਇਹ ਆਪਸ਼ਨ ਨਹੀਂ ਹੈਗੀ। ਸਾਹਿਤ ਦਾ ਸਰੂਪ ਸੂਖਮ ਕਲਾ, ਠੀਕ ਆ ਜੀ। ਸੋਹ ਸਵਾਦ, ਠੀਕ ਆ ਜੀ, ਉਦੇਸ਼ ਹੋ ਸਕਦਾ, ਉਦੇਸ਼ ਆ ਸਾਹਿਤ ਦਾ ਨਾ ਸਭ ਤੋਂ ਪਹਿਲਾਂ ਸੋਹ ਸਵਾਦ ਦੀ ਪ੍ਰਾਪਤੀ। ਚੰਗੇਰੇ ਜੀਵਨ ਲਈ ਪ੍ਰੇਰਨਾ, ਠੀਕ ਹੈ, ਦੂਜੀ ਆਪਸ਼ਨ ਬਣਦੀ ਇਹਦੀ। ਤੁਸੀਂ ਧਿਆਨ ਰੱਖਣਾ, ਸਾਨੂੰ ਪੁੱਛੇਗਾ ਸਾਹਿਤ ਦਾ ਸਰੂਪ, ਉਹਦਾ ਉਦੇਸ਼, ਉਹਦਾ ਪ੍ਰੇਰਕ, ਇਹ ਤੁਹਾਨੂੰ ਦੇ ਰੱਖੇ ਨੇ। ਜਿਵੇਂ ਪਹਿਲੀ ਚੀਜ਼ ਸਾਡੇ ਕੋਲ ਸਾਹਿਤ ਦਾ ਸਰੂਪ ਆ, ਦੂਜੇ ਨੰਬਰ 'ਤੇ ਉਦੇਸ਼ ਆ, ਤੀਜੇ ਨੰਬਰ 'ਤੇ ਉਹਦਾ ਪ੍ਰੇਰਕ ਆ, ਤਾਂ ਇਹਦੀ ਜਿਹੜੀ ਬੈਸਟ ਆਪਸ਼ਨ ਆ ਉਹ ਦੂਜੀ ਆਊਗੀ, ਸੂਖਮ ਕਲਾ, ਸੋਹ ਸਵਾਦ ਅਤੇ ਚੰਗੇਰੇ ਜੀਵਨ ਲਈ ਪ੍ਰੇਰਨਾ। ਸਾਹਿਤ ਦਾ ਸਰੂਪ ਸੋਹ ਸਿਰਜਣਾ ਨਹੀਂ, ਕਿਤੇ ਨਾ ਕਿਤੇ ਹੈ ਨੇ, ਪਰ ਜਿਹੜੀ ਸਾਡੇ ਕੋਲ ਬੈਸਟ ਆਪਸ਼ਨ ਆ ਸਵਾਲ ਦੇ ਅਨੁਸਾਰ ਉਹ ਦੂਜੀ ਬਣੂਗੀ। ਉਹ ਤੋਂ ਬਾਅਦ ਸਾਹਿਤ ਵਿਗਿਆਨ ਦਾ ਮਨੋਰਥ ਕੀ ਆ, ਇਹਦੇ ਬਾਰੇ ਪਹਿਲਾਂ ਵੀ ਆਪਣੀ ਗੱਲ ਹੋ ਗਈ, ਬਹੁਤ ਵਾਰ ਸਵਾਲ ਆਏ ਇਹ। ਸੰਕਲਪੀ ਪ੍ਰਬੰਧਾਂ ਦੀ ਉਸਾਰੀ ਕਰਨਾ ਸਾਹਿਤ ਵਿਗਿਆਨ ਦਾ ਮਨੋਰਥ। ਗੁਰਬਾਣੀ ਦੇ ਚਿੰਤਕਾਂ ਦਾ ਕਿਹੜਾ ਵਰਗ ਸਹੀ ਨਹੀਂ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਚਿੰਤਕਾਂ ਦਾ, ਭਾਈ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਭਾਈ ਵੀਰ ਸਿੰਘ, ਠੀਕ ਆ ਜੀ ਇਹ ਆਪਸ਼ਨ। ਭਾਈ ਵੀਰ ਸਿੰਘ ਨਹੀਂ ਪੁੱਛਿਆ ਆਪਾਂ ਨੂੰ। ਡਾਕਟਰ ਗੋਪਾਲ ਸਿੰਘ, ਪ੍ਰੋਫੈਸਰ ਕਿਸ਼ਨ ਸਿੰਘ, ਠੀਕ ਆ ਜੀ। ਪ੍ਰੋਫੈਸਰ ਕਿਸ਼ਨ ਸਿੰਘ, ਜੋਗਿੰਦਰ ਸਿੰਘ ਰਾਹੀ ਨਹੀਂ ਹੈਗਾ, ਨਾ ਡਾਕਟਰ ਅਤਰ ਸਿੰਘ ਆ, ਠੀਕ ਹੈ ਜੀ, ਤਾਂ ਸਾਡੇ ਕੋਲ ਨਹੀਂ ਪੁੱਛਿਆ, ਤਾਂ ਤੀਜੀ ਆਪਸ਼ਨ ਬਣਦੀ ਆ। ਉਸ ਤੋਂ ਬਾਅਦ ਪੰਜਾਬੀ ਸੂਫੀ ਕਾਵਿ ਦੇ ਅਧਿਐਨ ਨਾਲ ਤੁਹਾਨੂੰ ਇਹ ਵੀ ਪਤਾ ਹੋਵੇ ਕਿ ਨਾਵਲ ਦਾ ਅਧਿਐਨ ਕਿਹਨੇ ਕੀਤਾ, ਕਹਾਣੀ ਦਾ ਅਧਿਐਨ ਕਿਹਨੇ ਕੀਤਾ, ਅਤੇ ਕਿੱਸਾ ਹੈ ਨਾ, ਸਾਡੇ ਕੋਲ ਪੁਰਾਤਨ ਵਾਰਤਕ, ਸਾਡੇ ਕੋਲ ਚਾਹੇ ਆਧੁਨਿਕ ਵਾਰਤਕ ਆ, ਚਾਹੇ ਸਾਡੇ ਕੋਲ ਨਾਟਕ ਆ, ਤੁਹਾਨੂੰ ਪਤਾ ਹੋਵੇ ਕਿ ਉਹਦੇ ਨਾਲ ਸੰਬੰਧ ਰੱਖਣ ਵਾਲੇ ਵਿਦਵਾਨ ਕਿਹੜੇ ਨੇ, ਹੈ ਨਾ। ਜਿਵੇਂ ਇਹ ਸਵਾਲ ਆਇਆ ਸੀ ਸੂਫੀ ਕਾਵਿ ਦਾ ਅਧਿਐਨ ਕਰਨ ਵਾਲੇ ਕਿਹੜੇ ਕਿਹੜੇ ਨੇ, ਗੁਲਵੰਤ ਸਿੰਘ, ਸੁਰਿੰਦਰ ਸਿੰਘ ਕੋਹਲੀ, ਕਿਸ਼ਨ ਸਿੰਘ, ਨਜਮ ਹੁਸੈਨ ਸਈਦ, ਸਾਧੂ ਰਾਮ ਸਾਰਦਾ, ਗੁਰਦੇਵ ਸਿੰਘ, ਇਹਦੀ ਦੂਜੀ ਆਪਸ਼ਨ ਬਣਦੀ ਆ ਕਿ ਕਿਸ਼ਨ ਸਿੰਘ ਦਾ ਕੰਮ ਨਹੀਂ ਹੈਗਾ, ਅਤੇ ਕੋਹਲੀ ਦਾ ਵੀ ਠੀਕ ਠਾਕ ਕੰਮ ਆ, ਜ਼ਿਆਦਾ ਕੰਮ ਨਹੀਂ ਵੱਡਾ, ਅਤਰ ਸਿੰਘ ਦਾ ਨਹੀਂ ਹੈਗਾ ਵੱਡੇ ਤੌਰ 'ਤੇ, ਅਤੇ ਕੁਲਵੀਰ ਕਾਂਗ ਦਾ ਨਹੀਂ ਹੈਗਾ, ਤਾਂ ਸਾਡੇ ਕੋਲ ਦੂਜੀ ਆਪਸ਼ਨ ਆ ਜਿਹੜੀ ਬੈਸਟ ਆ। ਨਜਮ ਹੁਸੈਨ ਸਈਦ ਦਾ ਵੀ ਆ, ਸਾਧੂ ਰਾਮ ਸਾਰਦਾ ਦਾ ਵੀ ਆ, ਅਤੇ ਗੁਰਦੇਵ ਸਿੰਘ ਦਾ ਵੀ ਆ। ਉਹ ਤੋਂ ਬਾਅਦ ਹਾਈਬ੍ਰਿਟੀ ਦਾ ਸੰਕਲਪ ਦਾ ਸੰਬੰਧ ਇਹ ਹੋਮੀ ਭਾਬਾ ਦੇ ਨਾਲ ਸੰਬੰਧ ਰੱਖਦਾ, ਇਹ ਸੱਭਿਆਚਾਰ ਦੇ ਵਿੱਚ ਕਨਸੈਪਟ ਆ ਹਾਈਬ੍ਰਿਟੀ। ਅਤੇ ਕਿਰਤ ਅਤੇ ਪਾਠ, ਇਹ ਸਾਨੂੰ ਇੱਧਰ ਕਨਸੈਪਟ ਦਿੱਤੇ ਹੋਏ ਨੇ, ਇੱਧਰ ਸਾਨੂੰ ਜਿਹੜੇ ਸਾਡੇ ਆਲੋਚਕ ਨੇ ਪੱਛਮੀ ਉਹਨਾਂ ਦੇ ਨਾਂ ਦਿੱਤੇ ਹੋਏ ਨੇ। ਕਿਰਤ ਅਤੇ ਪਾਠ ਦਾ ਜਿਹੜਾ ਕਨਸੈਪਟ ਆ ਉਹ ਰੋਲਾ ਬਾਰਤ ਦਾ। ਅੰਤਰ ਪਾਠਾਤਮਕਤਾ ਜੂਲੀਆ ਕ੍ਰਿਸਤੋਵਾ ਦੇ ਪਹਿਲਾਂ ਵੀ ਅਸੀਂ ਇਹਦੇ ਬਾਰੇ ਚਰਚਾ ਕਰੀ, ਪੇਪਰ ਦੇ ਵਿੱਚ ਆਉਂਦਾ, ਅਤੇ ਇਹ ਤੋਂ ਪਹਿਲਾਂ ਜਿਹੜੀ ਵੀਡੀਓ ਬਣੀ ਆ ਉਹਦੇ ਵਿੱਚ ਅਸੀਂ ਗੱਲਬਾਤ ਕੀਤੀ ਆ। ਕਾਰਜ ਅਤੇ ਪ੍ਰਕਾਰਜ ਇਹ ਵਲਾਦੀਮੀਰ ਪ੍ਰਾਪ ਦੇ ਨਾਲ ਸੰਬੰਧ ਰੱਖਦੇ ਆ, ਠੀਕ ਹੈ ਜੀ, ਕਿਉਂਕਿ ਉਹਨਾਂ ਨੇ ਪਰੀ ਕਥਾਵਾਂ ਦਾ ਅਧਿਐਨ ਕੀਤਾ ਸੀ, ਅਤੇ ਉਹਨਾਂ ਨੇ ਦੱਸਿਆ ਸੀ ਕਿ ਕਾਰਜ ਅਤੇ ਪ੍ਰਕਾਰਜ ਦੱਸੇ ਸੀ ਕਹਾਣੀ ਦੇ, ਪਰੀ ਕਹਾਣੀ ਦੇ। ਅਤੇ ਬਹੁਨਾਦੀ ਅਤੇ ਸੰਵਾਦੀ ਮਖਾਈਲ ਵਾਕਤਨ ਦਾ ਕਨਸੈਪਟ ਆ, ਠੀਕ ਹੈ, ਜੋ ਨਾਵਲ ਨੂੰ ਬਹੁਨਾਦੀ ਅਤੇ ਸੰਵਾਦੀ ਵਿਧਾ ਮੰਨਦਾ ਮਿਖਾਈਲ ਵਾਕਤਨ, ਠੀਕ ਹੈ ਜੀ, ਇਹਦੇ ਬਾਰੇ ਵੀ ਬਹੁਤ ਵਾਰ ਸਵਾਲ ਆਏ ਨੇ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਸੰਰਚਨਾਵਾਦੀ ਚਿੰਤਕਾਂ ਦਾ ਸਹੀ ਵਰਗ, ਇਹਦੇ ਵਿੱਚ ਸਾਡੇ ਕੋਲ ਜਿਹੜਾ ਅਲਥਿਊਸਰ ਆ ਇਹ ਉੱਤਰ ਸੰਰਚਨਾਵਾਦੀ ਆ, ਪੇਰ ਮਸ਼ੇਰੀ ਮਾਰਕਸਵਾਦੀ ਆ, ਇਹ ਵੀ ਆਪਸ਼ਨ ਗਲਤ ਆ। ਜੋਨਾਥਨ ਕੁੱਲਰ, ਰੋਬਰਟ ਸੋਲਵੇ ਤੋਦੋਰਵ ਅਤੇ ਜਾਨ ਸਟਰੋਕ, ਇਹ ਪਤਾ ਨਹੀਂ ਕਿੱਥੋਂ ਪਾਏ ਨੇ, ਬਿਲਕੁਲ ਨਵੇਂ ਪਾਤੇ। ਟੈਰੀ ਗਲਟਨ ਮਾਰਕਸਵਾਦੀ ਆ, ਇਹ ਵੀ ਮਾਰਕਸਵਾਦੀ ਆ। ਜੋਨਾਥਨ ਕੁੱਲਰ ਸੰਰਚਨਾਵਾਦੀ ਆ, ਇਹ ਵੀ ਆਪਸ਼ਨ ਗਲਤ ਹੋ ਜੂ। ਦੋ ਤਾਂ ਕਲੀਅਰ ਨੇ, ਸਾਨੂੰ ਇਹਦੇ ਵਿੱਚ ਡਾਊਟ ਆ, ਪਰ ਇਹਦੀ ਜਿਹੜੀ ਆਪਸ਼ਨ ਆ ਉਹ ਤੀਜੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਮਾਰਕਸਵਾਦੀ ਦ੍ਰਿਸ਼ਟੀ ਤੋਂ ਗੁਰਬਾਣੀ ਦਾ ਅਧਿਐਨ ਕਰਨ ਵਾਲੇ ਚਿੰਤਕਾਂ ਦਾ ਸਹੀ ਜੁੱਟ ਹੈ। ਕਿਹੜੇ ਉਹ ਚਿੰਤਕ ਨੇ ਜਿਨ੍ਹਾਂ ਨੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਗੁਰਬਾਣੀ ਦਾ ਅਧਿਐਨ ਕੀਤਾ? ਡਾਕਟਰ ਤਾਰਨ ਸਿੰਘ ਅਤੇ ਹਰਭਜਨ ਸਿੰਘ ਨਹੀਂ, ਭਾਈ ਜੋਧ ਸਿੰਘ,
ਇਹ ਸੰਤ ਸਿੰਘ ਸੇਖੋ ਹੋ ਹੈਗੇ ਨੇ, ਪ੍ਰਜੋਤ ਸਿੰਘ ਨਹੀਂ ਹੈਗੇ, ਤਾਂ ਗਲਤ ਹੈ ਵੀ। ਸੇਖੋ ਅਤੇ ਕਿਸ਼ਨ ਸਿੰਘ, ਦੂਜੀ ਆਪਸ਼ਨ ਸਹੀ ਹੈ ਜੀ। ਇਹ ਦੋਨੋਂ ਮਾਰਕਸਵਾਦੀ ਆਲੋਚਕ ਨੇ ਅਤੇ ਇਹਨਾਂ ਨੇ ਗੁਰਬਾਣੀ ਦਾ ਜਿਹੜਾ ਅਧਿਐਨ ਆ ਉਹ ਮਾਰਕਸਵਾਦੀ ਦ੍ਰਿਸ਼ਟੀ ਤੋਂ ਕੀਤਾ। ਅਤੇ ਸਾਡਾ ਅੱਜ ਦਾ ਲਾਸਟ ਸਵਾਲ ਆ, ਪੱਛਮੀ ਸਾਹਿਤ ਚਿੰਤਨ ਸਿਰਫ ਕਾਲ ਖੰਡ ਦੇ ਲਿਹਾਜ਼ ਨਾਲ ਹੀ ਨਹੀਂ ਸਗੋਂ ਸਿਧਾਂਤਕ ਅਤੇ ਵਿਚਾਰਧਾਰਕ ਵੰਨ ਸਵੰਨਗੀ ਦੇ ਲਿਹਾਜ਼ ਨਾਲ ਵੀ ਦੀਰਘ ਅਤੇ ਸਮਰਿੱਧ ਪਰੰਪਰਾ ਦੇ ਰੂਪ ਵਿੱਚ ਵਿਕਸਿਤ ਹੋਇਆ। ਠੀਕ ਆ ਜੀ ਕਥਨ, ਇਹ ਕਥਨ ਸਹੀ ਆ। ਅਤੇ ਕਿਉਂਕਿ ਪੱਛਮੀ ਮੁਲਕਾਂ ਦੇ ਵਿਕਾਸ ਅਤੇ ਸ਼ਕਤੀਸ਼ਾਲੀ ਉਭਾਰ ਨੇ ਉਹਨਾਂ ਦੇ ਵਿਦਵਾਨਾਂ ਨੂੰ ਗਿਆਨ ਦੇ ਸਿਰਜਣ ਵਿੱਚ ਅਤੇ ਪ੍ਰਚਲਣ ਦੇ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ ਨੇ। ਦੋਨੋਂ ਕਥਨ ਸਹੀ ਨੇ ਇਹ ਤੇ ਯਾਰ, ਠੀਕ ਹੈ। ਕਿਉਂਕਿ ਪੱਛਮ ਦੇ ਵਿੱਚ ਜਿਹੜਾ ਵਿਕਾਸ ਆ ਹੈ ਨਾ, ਤਾਂ ਜਾਂ ਸ਼ਕਤੀਸ਼ਾਲੀ ਉਭਾਰ ਆ, ਤਾਂ ਉਹਨਾਂ ਦੇ ਜਿਹੜੇ ਵਿਦਵਾਨ ਨੇ ਉਹ ਗਿਆਨ ਦੇ ਸਿਰਜਣ ਦੇ ਜਿਹੜੇ ਵਿਸ਼ੇਸ਼ ਮੌਕੇ ਪ੍ਰਦਾਨ ਹੁੰਦੇ ਨੇ। ਕਿਉਂਕਿ ਆਪਣੇ ਭਾਰਤ ਦੇ ਵਿੱਚ ਉਹ ਚੀਜ਼ਾਂ ਬਾਅਦ ਵਿੱਚ ਆਉਂਦੀਆਂ ਨੇ। ਵਿਕਾਸ ਜਿਹੜਾ ਪਹਿਲਾਂ ਹੁੰਦਾ ਉਹ ਪੱਛਮੀ ਮੁਲਕਾਂ ਦੇ ਵਿੱਚ ਹੁੰਦਾ, ਤਾਂ ਜਦੋਂ ਵਿਕਾਸ ਹੁੰਦਾ ਤਾਂ ਸਾਡਾ ਸਾਹਿਤ ਵੀ ਬਦਲਦਾ, ਸਾਡੀ ਸੋਚ ਵੀ ਬਦਲਦੀ ਆ, ਅਤੇ ਉੱਥੋਂ ਦੇ ਜਿਹੜੇ ਵਿਦਵਾਨ ਨੇ ਉਹ ਫਿਰ ਗਿਆਨ ਦੇ ਸਿਰਜਣ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਮੌਕੇ ਮਿਲਦੇ ਨੇ। ਆਪਣੇ ਕੋਲ ਬਾਅਦ ਵਿੱਚ ਚੀਜ਼ਾਂ ਆਉਂਦੀਆਂ ਨੇ, ਫਿਰ ਅਸੀਂ ਪੱਛਮ ਦੀਆਂ ਚੀਜ਼ਾਂ ਕਾਪੀ ਕਰਦੇ ਹਾਂ, ਫਿਰ ਉਹਨੂੰ ਇੱਥੇ ਅਸੀਂ ਇੰਟਰੋਡਿਊਸ ਕਰਦੇ ਹਾਂ ਸਾਡੇ ਪੰਜਾਬੀ ਦੇ ਵਿੱਚ ਨਾ। ਇੱਦਾਂ ਚੱਲਦਾ ਰਹਿੰਦਾ ਇਹ ਪ੍ਰਕਿਰਿਆ। ਜਿਵੇਂ ਮਾਰਕਸਵਾਦ ਹੋ ਗਿਆ, ਸੰਰਚਨਾਵਾਦ ਹੋ ਗਿਆ, ਰੂਪਵਾਦ ਹੋ ਗਿਆ, ਇਹ ਪੱਛਮ ਦੀਆਂ ਪ੍ਰਣਾਲੀਆਂ ਨੇ। ਸਾਡੇ ਵਿਦਵਾਨਾਂ ਨੇ ਇੱਥੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ, ਕਿਤਾਬਾਂ ਛਾਪੀਆਂ ਹੈ ਨਾ, ਜਿਵੇਂ ਕਿ ਆਪਾਂ ਉੱਪਰ ਸਵਾਲ ਵੀ ਕੀਤਾ, ਭਾਵੇਂ ਕਿ ਉਹ ਸਾਡੀਆਂ ਜਿਹੜੀਆਂ ਪਾਠ ਪੁਸਤਕਾਂ ਨੇ ਉਹਦੇ ਉੱਤੇ ਲਾਗੂ ਹੋਣ ਜਾਂ ਨਾ ਹੋਣ, ਪਰ ਉਹ ਜਿਹੜੀ ਗਿਆਨ ਪਰੰਪਰਾ ਸਾਡੇ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਉਹਨੂੰ ਅਨੁਵਾਦ ਕੀਤਾ ਜਾਂ ਉਹਦੇ ਰਿਲੇਟਡ ਕਿਤਾਬਾਂ ਲਿਖੀਆਂ ਨੇ। ਠੀਕ ਹੈ ਜੀ, ਇਹ ਸਵਾਲ ਨੇ ਸਾਡੇ ਆਲੋਚਨਾ ਦੇ, ਅਤੇ ਆਲੋਚਨਾ ਦੇ ਲਗਭਗ ਅਸੀਂ ਸਾਰੇ ਸਵਾਲ ਡਿਸਕਸ ਕਰ ਲਏ। ਜਦੋਂ ਦਾ ਪੇਪਰ ਔਨਲਾਈਨ ਹੋਣ ਲੱਗਿਆ ਉਹ ਸਾਰੇ ਸਵਾਲ ਅਸੀਂ ਡਿਸਕਸ ਕਰ ਲਏ। ਹੁਣ ਸਾਡੀਆਂ 2 ਵੀਡੀਓ ਆਉਣਗੀਆਂ ਭਾਸ਼ਾ ਦੇ ਉੱਤੇ, ਇੱਕ ਅੱਜ ਆ ਜੂਗੀ ਜਾਂ ਇੱਕ ਕੱਲ੍ਹ ਆਊਗੀ ਨਾ। ਕੱਲ੍ਹ ਤੱਕ ਸਾਡੀ ਭਾਸ਼ਾ ਕੰਪਲੀਟ ਹੋ ਜੂਗੀ। ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਆਪਣੇ ਕਮੈਂਟ ਵੀ ਜ਼ਰੂਰ ਦਿਆ ਕਰੋ, ਤਾਂ ਕਿ ਅਸੀਂ ਹੋਰ ਵਧੀਆ ਐਫਰਟ ਕਰੀਏ ਅਤੇ ਵਧੀਆ ਤੁਹਾਡੇ ਲਈ ਕੰਟੈਂਟ ਤਿਆਰ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।